students, we will continue with our lesson 6 molecular basis of inheritance. ਅੱਜ ਸਟੂਡੈਂਟਸ ਅਸੀਂ ਆਪਣਾ ਨੈਕਸਟ ਟੌਪਿਕ ਡਿਸਕਸ ਕਰਾਂਗੇ ਅਬਾਊਟ ਦਾ ਜੈਨੇਟਿਕ ਕੋਡ। ਅਸੀਂ ਆਪਣੀ ਪ੍ਰੀਵੀਅਸ ਵੀਡੀਓ ਦੇ ਵਿੱਚ ਟ੍ਰਾਂਸਕ੍ਰਿਪਸ਼ਨ ਟੌਪਿਕ ਡਿਸਕਸ ਕੀਤਾ ਸੀਗਾ। ਸੋ ਸਟੂਡੈਂਟਸ ਡਿਊਰਿੰਗ ਰੈਪਲੀਕੇਸ਼ਨ ਐਂਡ ਟ੍ਰਾਂਸਕ੍ਰਿਪਸ਼ਨ process a nucleic acid was copied to form another nucleic acid. ਹੁਣ nucleic acids ਕੀ ਹੈਗੀ ਅਸੀਂ ਡਿਸਕਸ ਕਰ ਚੁੱਕੇ ਹੈਗੇ ਆ। DNA and RNA they are nucleic acids और replication और transcription process ਦੇ ਵਿੱਚ ਕੀ ਹੁੰਦਾ ਇੱਕ nucleic acid ਜਿਹੜਾ ਹੈਗਾ ਆ that was copied to form another nucleic acid. replication process ਦੇ ਵਿੱਚ ਕੀ ਹੁੰਦਾ ਹੈਗਾ ਆ कि ਜਿਹੜਾ DNA ਹੈਗਾ ਆ ਉਹਦੇ ਤੋਂ DNA ਤੋਂ ਰੈਪਲੀਕਾਸ ਬਣਦੇ ਆ ਉਹਦੀਆਂ ਡੁਪਲੀਕੇਟ ਕਾਪੀਜ਼ ਬਣਦੀਆਂ ਆ ਐਂਡ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਹੈਗਾ ਆ DNA ਜਿਹੜਾ ਹੈਗਾ ਆ ਉਹਦੇ ਤੋਂ ਕੀ ਬਣਦਾ ਹੈਗਾ ਆ RNA ਬਣਦਾ ਹੈ। ਨਾਓ ਸਟੂਡੈਂਟਸ ਟ੍ਰਾਂਸਲੇਸ਼ਨ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਹੈ ਇਹ ਅਸੀਂ ਅੱਗੇ ਡਿਸਕਸ ਕਰਾਂਗੇ। ਟ੍ਰਾਂਸਲੇਸ਼ਨ ਟੌਪਿਕ transfer of genetic information from RNA to proteins. RNA ਤੋਂ proteins ਦੇ ਵਿੱਚ ਜਿਹੜੀ ਹੈਗੀ ਹੈ ਉਹ genetic information transfer ਹੁੰਦੀ ਹੈ and RNA ਕੀ ਹੈਗਾ ਆ it is a polymer of nucleotides and proteins ਕੀ ਹੈਗੇ ਆ proteins ਕੀ ਹੈ they are the polymer of amino acids. ਹੁਣ students ਵਾਟਸਨ and ਕ੍ਰਿਕ ਨੇ central dogma ਜਿਹੜਾ ਸੀ ਉਹ propose ਕੀਤਾ ਸੀਗਾ और सेंट्रल डॉगमा ਦੇ ਵਿੱਚ ਵਾਟਸਨ ਐਂਡ ਕ੍ਰਿਕ ਨੇ ਕੀ ਦੱਸਿਆ ਸੀਗਾ ਕਿ ਜਿਹੜਾ DNA ਹੈਗਾ ਆ ਉਹ ਰੈਪਲੀਕੇਸ਼ਨ ਪ੍ਰੋਸੈਸ ਦੇ ਨਾਲ ਆਪਣੀ ਰੈਪਲੀਕਾਸ ਬਣਾਉਂਦਾ ਹੈਗਾ ਡੁਪਲੀਕੇਟ ਕਾਪੀਜ਼ ਬਣਾਉਂਦਾ ਆ ਫਿਰ DNA ਜਿਹੜਾ ਆ ਉਹ RNA ਦੇ ਵਿੱਚ ਟ੍ਰਾਂਸਫਾਰਮ ਹੁੰਦਾ ਆ ਬਾਈ ਦਾ ਪ੍ਰੋਸੈਸ ਨੋਨ ਐਸ ਟ੍ਰਾਂਸਕ੍ਰਿਪਸ਼ਨ ਐਂਡ RNA ਜਿਹੜਾ ਹੈਗਾ ਆ ਉਹਦੇ ਤੋਂ ਅੱਗੇ ਇਨਫੋਰਮੇਸ਼ਨ ਕਿਹਦੇ ਵਿੱਚ ਕਨਵਰਟ ਹੁੰਦੀ ਆ ਪ੍ਰੋਟੀਨਸ ਦੇ ਵਿੱਚ ਦੈਟ ਪ੍ਰੋਸੈਸ ਇਜ਼ ਨੋਨ ਐਸ ਟ੍ਰਾਂਸਲੇਸ਼ਨ। ਹੁਣ ਜੋ ਵੀ ਜੈਨੇਟਿਕ ਇਨਫੋਰਮੇਸ਼ਨ DNA ਕੋਲ ਹੈ ਉਹ RNA ਚ ਬਦਲਦੀ ਹੈ ਬਾਈ ਦਾ ਪ੍ਰੋਸੈਸ ਆਫ ਟ੍ਰਾਂਸਕ੍ਰਿਪਸ਼ਨ ਤੇ RNA ਇਜ਼ ਰਿਸਪੌਂਸਿਬਲ ਫॉर द ਸਿੰਥੇਸਿਸ ਆਫ ਪ੍ਰੋਟੀਨਸ ਬਾਈ ਦਾ ਪ੍ਰੋਸੈਸ ਨੋਨ ਐਸ ਟ੍ਰਾਂਸਲੇਸ਼ਨ। ਹੁਣ ਜਦੋਂ ਵੀ ਪ੍ਰੋਟੀਨ ਦੀ ਸਿੰਥੇਸਿਸ ਹੁੰਦੀ ਹੈ ਤਾਂ ਉਹਦੇ ਵਿੱਚ ਕਿਹੜਾ ਜੈਨੇਟਿਕ ਮਟੀਰੀਅਲ ਰੋਲ ਪਲੇ ਕਰੇਗਾ। ਜਦੋਂ ਵੀ ਪ੍ਰੋਟੀਨ ਦੀ ਸਿੰਥੇਸਿਸ ਹੁੰਦੀ ਹੈ ਤਾਂ ਉਹਦੇ ਵਿੱਚ ਕਿਹੜਾ ਜੈਨੇਟਿਕ ਮਟੀਰੀਅਲ ਰੋਲ ਪਲੇ ਕਰੇਗਾ RNA ਰਾਈਬੋਨਿਊਕਲੀਅਰ ਐਸਿਡਸ और RNA ਹੈਗਾ ਆ ਜਿਹੜਾ ਉਹਦੇ ਵਿੱਚ RNA ਵਿੱਚ ਕਿਹੜੇ ਨਿਊਕਲੀਓਟਾਈਡਸ ਹੁੰਦੇ ਆ ਜਾਂ ਕਿਹੜੇ ਨਾਈਟ੍ਰੋਜਨ ਬੇਸਿਸ ਹੁੰਦੇ ਆ ਐਡੀਨਿਨ ਯੂਰਾਸਿਲ ਗੁਆਨਿਨ ਐਂਡ ਸਾਈਟੋਸਿਨ these nitrogen bases are present in RNA और पेंटोज शुगर ਜਿਹੜੀ ਹੈਗੀ ਹੈ पेंटोज sugar is connected to the phosphate group and nitrogen bases और ਇਹਦੇ ਨਾਲ ਕੀ ਹੈਗਾ या ਨਿਊਕਲੀਓਟਾਈਡ ਦੀ ਇੱਕ ਨਿਊਕਲੀਓਟਾਈਡ ਬਣ ਜਾਂਦਾ। ਨਿਊਕਲੀਓਟਾਈਡ ਜਿਹੜਾ ਇਟ ਕੰਸਿਸਟ ਆਫ ਪੈਂਟੋਜ਼ ਸ਼ੂਗਰ ਪੈਂਟੋਜ਼ ਸ਼ੂਗਰ ਫਾਸਫੇਟ ਗਰੁੱਪ ਐਂਡ ਨਾਈਟ੍ਰੋਜਨ ਬੇਸ ਇਹ ਆਪਸ ਦੇ ਵਿੱਚ ਮਿਲ ਕੇ ਕੀ ਬਣਾਉਂਦੀ ਹੈ ਨਿਊਕਲੀਓਟਾਈਡ ਐਂਡ RNA ਕੀ ਹੈਗਾ ਇਟ ਇਜ਼ ਅ ਪੋਲੀਮਰ ਆਫ ਨਿਊਕਲੀਓਟਾਈਡਸ ਔਰ DNA ਜਿਹੜਾ ਹੈਗਾ ਉਹਦੇ ਵਿੱਚ ਕਿਹੜੇ ਨਾਈਟ੍ਰੋਜਨ ਬੇਸਿਸ ਹੈਗੇ ਆ DNA ਦੇ ਵਿੱਚ ਐਡੀਨਿਨ ਥਾਈਮਿਨ ਗੁਆਨਿਨ ਐਂਡ ਸਾਈਟੋਸਿਨ। DNA ਦੇ ਵਿੱਚ ਥਾਈਮਿਨ ਹੈ और RNA ਦੇ ਵਿੱਚ ਥਾਈਮਿਨ ਦੀ ਜਗ੍ਹਾ ਤੇ ਕੀ ਪ੍ਰੈਜ਼ੈਂਟ ਹੈਗਾ ਨਾਈਟ੍ਰੋਜਨ ਬੇਸ ਯੂਰਾਸਿਲ ਪ੍ਰੈਜ਼ੈਂਟ ਹੈ। ਹੁਣ ਸਟੂਡੈਂਟਸ ਨਾਓ ਵੀ ਵਿਲ ਸੀ what is the connection between nucleotides and the genetic code. basically genetic code ਕੀ ਹੈ genetic code they are the sequences ਉਹ ਕੋਡ ਹੈਗੇ ਆ ਜਿਨ੍ਹਾਂ ਦਾ ਯੂਜ਼ ਕਰਕੇ ਪ੍ਰੋਟੀਨ ਦੀ ਸਿੰਥੇਸਿਸ ਕੀਤੀ ਜਾਂਦੀ ਹੈ और ये कोड्स कितने प्रेजेंट हैगी आ they are present on the messenger RNA ते। स्टूडेंट्स एक साइंटिस्ट हैगा जॉर्ज गैमो जॉर्ज गैमो this scientist ਨੇ ਸੁਜੈਸਟ ਕੀਤਾ ਸੀ ਹੀ ਪ੍ਰੋਪੋਜ਼ਡ ਦੈਟ ਜਿਹੜੇ ਚਾਰ ਬੇਸਿਸ ਹੈਗੇ ਆ ਐਡੀਨਿਨ ਯੂਰਾਸਿਲ ਗੁਆਨਿਨ ਐਂਡ ਸਾਈਟੋਸਿਨ ਐਡੀਨਿਨ ਯੂਰਾਸਿਲ ਗੁਆਨਿਨ ਐਂਡ ਸਾਈਟੋਸਿਨ these are present on the RNA और जॉर्ज गैमो ਜਿਹੜਾ ਆ ਹੀ ਸੁਜੈਸਟਡ ਐਂਡ ਪ੍ਰੋਪੋਜ਼ਡ ਦੈਟ ਜਿਹੜੇ ਵੀ ਕੋਡਨ ਹੋਣੇ ਚਾਹੀਦੇ ਆ ਉਹ ਟ੍ਰਿਪਲੇਟ ਦੀ ਫਾਰਮ ਦੇ ਵਿੱਚ
होने चाहिए। हुण बेसिस किन्नी आ, 4 हैगी आ बेसिस ए वाले, एंड दे कोड फॉर 20 अमाइनो एसिड्स। ये जिहड़े 4 बेसिस हैगे हैं एडेनिन, यूरासिल, गुआनिन एंड साइटोसिन, दे कोड फॉर 20 अमाइनो एसिड्स। और 4 नाइट्रोजन बेसिस हैगे आ, जे इन्हां नूं 2-2 दे सीक्वेंस दे विच अरेंज किया जाए तां किन्ने कोडॉन्स बनणगे? 16 कोडॉन्स बनणगे। 4 नाइट्रोजन बेसिस नूं जे 2-2 दे सीक्वेंस दे विच ਜਿਹੜਾ जॉर्ज गैमो अरेंज करता है, उन्हें मतलब ये सानू प्रपोज दैट कि जे 4 नाइट्रोजन बेसिस नूं 2-2 दे सीक्वेंस दे विच अरेंज किया जाए तां 16 अमाइनो एसिड्स, 16 अमाइनो एसिड्स जिहड़े हैगे आ उन्हां दी फॉर्मेशन होएगी। पर 20 अमाइनो एसिड्स चाहिए हैगे हैं क्योंकि जिहड़ी बॉडी हैगी है ਉਹਦੇ मिनिमम 20 अमाइनो एसिड्स है ਜਿਹੜੇ ਉਹ ਸਾਡੀ ਬॉडी ਦੇ ਲਈ ਜ਼ਰੂਰੀ ਹੈਗੇ ਆ। ਪ੍ਰੋਟੀਨ ਸਿੰਥੇਸਿਸ ਦੇ ਲਈ ਮਿਨੀਮਮ 20 ਅਮਾਈਨੋ ਐਸਿਡਸ ਜ਼ਰੂਰੀ ਹੈਗੇ ਆ। ਜੇ ਉਹ ਦੋ ਦੇ ਸੀਕੁਐਂਸ ਦੇ ਵਿੱਚ ਇਹਨਾਂ 4 ਨਾਈਟ੍ਰੋਜਨ ਬੇਸਿਸ ਨੂੰ ਇਨ ਦਾ ਫਾਰਮ ਆਫ ਟ੍ਰਿਪਲੇਟ ਅਰੇਂਜ ਕਰਦਾ ਹੈ ਤਾਂ 16 ਅਮਾਈਨੋ ਐਸਿਡਸ ਬਣਦੇ ਆ। ਇਸ ਕਰਕੇ ਉਹਨੇ ਕੀ ਕੀਤਾ ਕਿ ਇਹਨਾਂ ਨੂੰ ਤਿੰਨ ਦੇ ਸੀਕੁਐਂਸ ਦੇ ਵਿੱਚ ਅਰੇਂਜ ਕੀਤਾ, ਤਿੰਨ ਦੇ ਸੀਕੁਐਂਸ ਦੇ ਵਿੱਚ ਅਰੇਂਜ ਕੀਤਾ ਤਾਂ ਕਿੰਨਾ ਹੋ ਗਿਆ? 64 ਕੋਡਨ। ਤਿੰਨ ਦੇ ਸੀਕੁਐਂਸ ਚ ਅਰੇਂਜ ਕਰਕੇ 64 ਕੋਡਨਸ ਜਿਹੜੇ ਆ ਉਹ ਜਨਰੇਟ ਹੋ ਗਏ। ਸੋ ਜॉर्ज ਗੈਮੋ ਟੋਲਡ ਦੈਟ ਜੈਨੇਟਿਕ ਕੋਡ ਨੂੰ ਇਸ ਤਰੀਕੇ ਦੇ ਨਾਲ ਅਰੇਂਜ ਕੀਤਾ ਜਾ ਸਕਦਾ ਹੈ ਕਿ ਟ੍ਰਿਪਲੇਟ ਬਣਨ। ਤਿੰਨ ਦੇ ਸੀਕੁਐਂਸ ਤੇ ਅਰੇਂਜ ਕਰਨ ਦੇ ਨਾਲ 64 ਕੋਡਨਸ ਬਣੇ। ਹੁਣ ਨਾਈਟ੍ਰੋਜਨ ਬੇਸਿਸ ਕਿਹੜੇ ਆ? ਇਹ 4 ਹੈ, मतलब इन्हों तीन दे सीक्वेंस दे विच अरेंज करके इन द फॉर्म ऑफ ट्रिपलेट। हुण जॉर्ज गैमो सजेस्टेड दैट आरएनए की जो भी अरेंजमेंट होनी चाहिए है वो ट्रिपलेट की फॉर्म च होनी चाहिए है। ते होर साइंटिस्ट सीगे जिन्हां ने जॉर्ज गैमो नूं सपोर्ट किया सीगा। वो 3 साइंटिस्ट किहड़े हैगे आ जिन्हां ने जॉर्ज गैमो नूं सपोर्ट किया सीगा? उन्हां साइंटिस्ट दे नाम स्टूडेंट्स मैं इत्थे लिख रही हां। मार्शल, नीरनबर्ग, सेकंड वन इज डॉक्टर हरगोबिंद खुराना, एंड थर्ड वन इज सेविरो ओको। ये 3 साइंटिस्ट सीगे, ये 3 साइंटिस्ट सीगे जिन्हां ने जॉर्ज गैमो नू सपोर्ट किया सीगा। हुण स्टूडेंट्स हु डेसिफर्ड द कोडॉन्स, किसने एग्जैक्टली एक्सपेरिमेंट करके कोडॉन्स बनाए सीगे? और ये जिहड़े 3 साइंटिस्ट सीगे मार्शल, नीरनबर्ग, डॉक्टर हरगोबिंद खुराना एंड सेविरो ओको, इन्हां ने सपोर्ट किया सीगा जॉर्ज गैमो नूं। जिहड़ा मार्शल नीरनबर्ग हैगा इन्हें अपने कोलीग्स दे नाल इन 1961 he performed experiment and shown in his experiment genetic codes ਦੇ इन्हें 1961 ਦੇ ਵਿੱਚ along with his colleagues ਮਾਰਸ਼ਲ ਨੀਰਨਬਰਗ ਨੇ ਐਕਸਪੈਰੀਮੈਂਟਸ ਪਰਫਾਰਮ ਕੀਤੇ ਤੇ ਆਪਣੇ ਐਕਸਪੈਰੀਮੈਂਟਸ ਦੇ ਵਿੱਚ ਜੈਨੇਟਿਕ ਕੋਡ ਦੇ ਫੰਕਸ਼ਨ ਨੂੰ ਦਿਖਾਇਆ। ਡਾਕਟਰ ਹਰਗੋਬਿੰਦ ਖੁਰਾਨਾ ਜਿਹੜਾ ਸੀ ਉਹਨੇ ਆਰਐਨਏ ਦੀ ਸਿੰਥੇਸਿਸ ਕਰਕੇ ਦਿਖਾਈ ਔਰ ਸੈਵੀਰੋ ਓਕੋ ਜਿਹੜਾ ਆ ਉਹਨੇ ਇੱਕ ਅਜਿਹੇ ਐਂਜ਼ਾਈਮ ਦੀ ਡਿਸਕਵਰੀ ਕੀਤੀ ਜੋ ਆਰਐਨਏ ਦੀ ਸਿੰਥੇਸਿਸ ਕਰਨ ਚ ਰਿਸਪੌਂਸਿਬਲ ਹੈਗਾ। ਸੋ ਹਾਊ ਵੀ ਸਟੱਡੀ ਦਾ ਕੋਡॉन्स, ਅਸੀਂ ਇਹਨਾਂ ਕੋਡॉन ਜਿਹੜੇ 64 ਕੋਡॉन्स ਹੈ ਇਹਨਾਂ ਨੂੰ ਕਿਵੇਂ ਸਟੱਡੀ ਕਰਦੇ ਹੈਗੇ ਆ? स्टूडेंट्स टोटल कोडॉन्स किन्ने हैगे आ? 64 टोटल कोडॉन्स आर 64 पर इन्हां 64 कोडॉन्स दे विचों सिर्फ 61 कोड जिहड़े हैगे आ वो कोड करदे आ फॉर अमाइनो एसिड्स। जिहड़े 3 कोडॉन्स हैगे आ दे आर स्टॉप कोडॉन्स आल्सो नोन एज नॉनसेंस कोडॉन्स। टोटल कोडॉन्स किन्ने हैगे आ?
64 इन्हां 64 ਦੇ ਵਿੱਚੋਂ 61 ਜਿਹੜੇ ਕੋਡੋਨਸ ਹੈਗੇ ਆ ਦੇ ਐਕਚੁਅਲੀ ਕੋਡ ਫॉर ਅਮਾਈਨੋ ਐਸਿਡਸ ਇਹ ਅਮਾਈਨੋ ਐਸਿਡਸ ਲਈ ਕੋਡ ਕਰਦੇ ਹੈਗੇ ਆ ਫॉर डिफरेंट अमाइनो एसिड्स ਤੇ ਜਿਹੜੇ 3 ਕੋਡੋਨਸ ਹੈਗੇ ਆ they are known as stop codons or nonsense codons ਕਿਹੜੇ ਕਿਹੜੇ ਹੈਗੇ ਆ 3 codons known as stop codons or nonsense codons you can note in your copy students UGA UAA and UAG UGA UAA and UAG ਇਹ ਤਿੰਨ ਸਟਾਪ ਕੋਡੋਨਸ ਹੈਗੇ ਇਹਨਾਂ ਨੂੰ ਨੌਨਸੈਂਸ ਕੋਡੋਨਸ ਵੀ ਕਹਿੰਦੇ ਆ ਸਟੂਡੈਂਟਸ ਇਹਨਾਂ ਨੂੰ ਤੁਸੀਂ ਯਾਦ ਕਰਨ ਦਾ ਤਰੀਕਾ ਕਰ ਸਕਦੇ ਹੋ UGA ਉੱਲੂ ਗਿਆ ਆਇਆ UAA ਨੂੰ ਯਾਦ ਕਰਨ ਦਾ ਤਰੀਕਾ ਹੈਗਾ ਆ ਉੱਲੂ ਆਇਆ ਆਇਆ and UAG ਨੂੰ ਯਾਦ ਕਰਨ ਦਾ ਤਰੀਕਾ ਹੈਗਾ ਆ ਉੱਲੂ ਆਇਆ ਗਿਆ you can note in your copies students UGA UAA and UAG ਇਹ ਤਿੰਨ ਸਟਾਪ ਕੋਡੋਨਸ ਹੈਗੇ ਆ ਇਹ ਕਿਸੇ ਵੀ ਅਮਾਈਨੋ ਐਸਿਡ ਦੀ ਫਾਰਮੇਸ਼ਨ ਚ ਕੰਮ ਨਹੀਂ ਕਰਦੇ इसलिए they are known as stop codons or nonsense codons और students ये जड़ा तुसी इन्हां दे नाम भी नोट कर सकते हो UGA is known as opal UAA is known as ochre and UAG is known as amber. UGA is known as opal, UAA is known as ochre and UAG is known as amber. ਹੁਣ ਸਟੂਡੈਂਟਸ ਜਿਹੜੇ ਬਾਕੀ ਦੇ 61 ਕੋਡੋਨਸ ਕਿਹੜੇ ਹੈਗੇ ਆ ਉਹ ਮੈਂ ਇੱਕ ਬਾਕਸ ਇੱਥੇ ਡਰਾ ਕਰਨ ਲੱਗੀ ਹੈਗੀ ਆ ਚੈਕਰ ਬੋਰਡ ਤੁਹਾਡੀਆਂ ਬੁੱਕਸ ਦੇ ਵਿੱਚ ਵੀ ਹੈਗਾ ਆ ਤੇ ਤੁਸੀਂ ਉਹਦੇ ਆਪਣੀ ਬੁੱਕਸ ਦੇ ਵਿੱਚੋਂ ਵੀ ਇਹ ਦੇਖ ਸਕਦੇ ਹੋ ਤੇ ਇੱਥੇ ਮੈਂ ਜਦੋਂ ਡਰਾ ਕਰਾਂਗੀ ਉਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਤੁਸੀਂ ਇਸ ਨੂੰ ਕਿਵੇਂ ਤੁਸੀਂ ਇਹਨੂੰ ਬਣਾਉਣਾ ਹੈ स्टूडेंट्स टोटल 64 कोडॉन्स हैगे हैं ते जदों तुसी ये अपने बॉक्स बनाना हैगा या तां तुसी इस तरह इधरली साइड 4 इधरली साइड 4 यानी कि तुसी टोटल 16 खाने बनाने हैं और स्टूडेंट्स 4 नाइट्रोजन बेसिस होंगे या आरएनए दे विच प्रेजेंट तो सी इधर ही साइड बॉक्स दे लिख लेना या यू सी ए एंड जी जिस सीक्वेंस विच तुसी इस साइड लिख रहे हो उसी सीक्वेंस विच तुसी इस साइड लिखना है यानी कि फर्स्ट नंबर पे जी यू लिखिया तो इधर भी यू लिखना है सेकंड पे सी थर्ड तुसी ए लिखिया हैगा या एंड फोर्थ वन जी ठीक है इधरली साइड UCAG इसी तरह ही हर एक बॉक्स के ऊपर एक नाइट्रोजन बेस लिख लेना UCANG हुन इस साइड स्टूडेंट तुसी किवें लिखना है इनु ध्यान दियो इधरली साइड जिदा ये बॉक्स है तो असी मान लेना कि इधर 4 लाइंस हैगियां आ तो तुसी UCAG इसी तरह ही इस बॉक्स के विच भी ये चारों लिख लेने आ UCAG इसी तरह इस बॉक्स दे UCAG ठीक है इस साइड
ਇੱਕ ਇੱਕ ਬਾਕਸ ਦੇ ਸਾਹਮਣੇ ਇੱਕ ਇੱਕ ਨਾਈਟ੍ਰੋਜਨ ਬੇਸ ਲਿਖਣਾ ਹੈ, ਇੱਥੇ ਵੀ ਇੱਕ ਇੱਕ ਬਾਕਸ ਦੇ ਉੱਪਰ ਇੱਕ ਇੱਕ ਨਾਈਟ੍ਰੋਜਨ ਬੇਸ ਲਿਖਣਾ, ਔਰ ਇਸ ਸਾਈਡ ਤੁਸੀਂ ਇੱਕ ਬਾਕਸ ਦੇ ਵਿੱਚ ਚਾਰੋਂ ਹੀ ਨਾਈਟ੍ਰੋਜਨ ਬੇਸ ਲਿਖਣੇ ਔਰ ਉਸੇ ਸੀਕੁਐਂਸ ਦੇ ਵਿੱਚ ਲਿਖਣੇ ਆ ਜਿਸ ਸੀਕੁਐਂਸ 'ਚ ਇੱਧਰ ਔਰ ਜਿਸ ਸੀਕੁਐਂਸ 'ਚ ਇੱਧਰ ਲਿਖੇ ਆ। ਹੁਣ ਤੁਸੀਂ ਕਿਵੇਂ ਇਹਨਾਂ ਦੇ ਟ੍ਰਿਪਲੇਟ ਫਾਰਮ ਦੇ ਵਿੱਚ ਇਹਨਾਂ ਨੂੰ ਲਿਖਣਾ, ਇਹ वाला लेना है, ये वाला, और फर्स्ट लाइन असि लिखनी है इसलिए फर्स्ट लिखना है, तो की बन जाएगा ਤੁਹਾਡਾ यू यू यू। ਹੁਣ सेकंड स्टूडेंट ਤੁਸੀਂ ਕੀ ਲੈਣਾ ਹੈ, यू यू एंड सेकंड की है सी, यू यू सी। फिर थर्ड मतलब ਅਸੀਂ फर्स्ट बॉक्स ਦੇ ਇਹ ਦੋਨੋਂ ਲੈਣੇ ਹੈ ਤੇ ਉਧਰੋਂ थर्ड लाइन ਲੈਣੀ है, यू यू ए एंड यू यू जी। ये फर्स्ट बॉक्स आ गया। हुण ਅਸੀਂ सेकंड बॉक्स ਵੱਲ मूव ਕਰਦੇ ਹਾਂ, ਇਹ वाला ਲੈਣਾ और सेकंड बॉक्स ਦੇ ਉੱਪਰ ਇਹ वाला नाइट्रोजन बेस है ਤੇ ਉਦਾਂ ਹੀ ਅਸੀਂ ਬਾਰੀ ਬਾਰੀ ਉਹ ਵਾਲੇ नाइट्रोजन बेस ਲੈਣੇ ਹੈ। ਤਾਂ ਇਹ ਕੀ ਬਣੇਗਾ, यू सी यू, यू सी सी, यू सी ए, यू सी जी। फिर ਅਸੀਂ थर्ड बॉक्स ਵੱਲ मूव ਕਰਦੇ ਹਾਂ, ਅਸੀਂ ਇਧਰੋਂ ਤਾਂ ਇਹੀ ਵਾਲਾ u ਲੈਣਾ ਹੈ, ਇਧਰੋਂ ਅਸੀਂ ਇਹ ਵਾਲਾ u ਲੈਣਾ ਹੈ ਤੇ ਇਹ ਬਾਰੀ ਬਾਰੀ ਸੌਰੀ ਇਹ ਲੈਣਾ ਹੈ u a u, u a c, u a a, u a g। ਫਿਰ ਅਸੀਂ फोर्थ बॉक्स ਵੱਲ मूव ਕਰਦੇ ਹਾਂ, फोर्थ बॉक्स ਤੇ ਕੀ ਹੈ g u g u, u g c, u g a ਤੇ u g जी। ਇਹ ਸਾਡੀ ਫਰਸਟ ਲਾਈਨ ਕੰਪਲੀਟ ਹੋ ਗਈ। ਇਸੇ ਤਰ੍ਹਾਂ ਸਟੂਡੈਂਟਸ ਤੁਸੀਂ ਸੈਕੰਡ ਲਾਈਨ ਦੇ ਵਿੱਚ ਸੀ ਹੈਗਾ ਆ ਤਾਂ ਤੁਸੀਂ ਇਸੇ ਤਰ੍ਹਾਂ ਜਦੋਂ ਫਰਸਟ ਬਾਕਸ ਦੇ ਵਿੱਚ ਲਿਖਣਾ ਆ ਤਾਂ ਸੀ ਯੂ ਤੇ ਉਧਰੋਂ ਯੂ ਲੈਣਾ ਆ। ਇਸੇ ਤਰ੍ਹਾਂ ਹੀ ਇਹ ਤੁਸੀਂ ਐਸੀ ਤਰੀਕੇ ਦੇ ਨਾਲ ਇਹ ਆਪਣੇ ਬਾਕਸ ਜਿਹੜੇ ਹੈਗੇ ਆ ਉਹ ਕੰਪਲੀਟ ਕਰ ਲੈਣੇ ਹੈਗੇ ਆ। ਤੇ ਸਟੂਡੈਂਟਸ ਤੁਹਾਡੀ ਬੁੱਕਸ ਦੇ ਵਿੱਚ ਇਹ ਵਾਲਾ ਪੂਰਾ ਜਿਹੜਾ ਕੋਡੋਨਸ ਫॉर द ਵੇਰੀਅਸ ਅਮਾਈਨੋ ਐਸਿਡ ਇਸ ਤਰ੍ਹਾਂ ਪੂਰੇ ਚੈੱਕਰ ਬੋਰਡ ਦੇ ਵਿੱਚ ਬਣਿਆ ਹੋਇਆ, ਤੁਸੀਂ ਉਹਦੇ ਤੋਂ ਵੀ ਲਿਖ ਲਓਗੇ। ਹੁਣ ਚਾਰ ਨਾਈਟ੍ਰੋਜਨ ਬੇਸਿਸ ਹੈ ਆਰਐਨਏ ਦੇ ਵਿੱਚ ਯੂ ਸੀ ਏ ਜੀ, ਔਰ ਉਹ ਇਸ ਤਰ੍ਹਾਂ ਟ੍ਰਿਪਲੇਟ ਦੀ ਫਾਰਮ ਦੇ ਵਿੱਚ ਜਿਹੜਾ ਹੈਗਾ ਆ ਉਹ ਜੈਨੇਟਿਕ ਕੋਡ ਜਿਹੜਾ ਆ ਉਹ ਬਣਾਉਂਦੇ ਹੈਗੇ ਆ। ਸੋ ਸਟੂਡੈਂਟਸ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹੈਗੀ ਕਿ ਕਿਹੜੇ 20 ਅਮਾਈਨੋ ਐਸਿਡਸ ਹੈਗੇ ਆ, ਉਹ ਵੀ ਤੁਸੀਂ ਆਪਣੀ ਕਾਪੀਜ਼ ਦੇ ਵਿੱਚ ਨੋਟ ਕਰ ਸਕਦੇ ਹੋ। स्टूडेंट्स ये मैं 20 अमाइनो एसिड्स ਦੇ ਨਾਮ ਲਿਖੇ ਹੋਏ ਆ, ਤੁਸੀਂ ਇਹਨਾਂ ਨੂੰ ਆਪਣੀ ਕਾਪੀਜ਼ ਦੇ ਵਿੱਚ ਲਿਖ ਸਕਦੇ ਹੋ ਕਿਉਂਕਿ ਤੁਹਾਡਾ ਜਿਹੜਾ ਇਹ ਚੈੱਕਰ ਬੋਰਡ ਬੁੱਕਸ ਦੇ ਵਿੱਚ ਬਣਿਆ ਹੋਇਆ ਆ ਉਹਦੇ ਵਿੱਚ ਜਿਹੜੇ ਟ੍ਰਿਪਲੇਟਸ ਹੈਗੇ ਕੋਡੋਨਸ ਹੈਗੇ ਇਹਨਾਂ ਦੇ ਸਾਹਮਣੇ ਇੱਥੇ ਐਬਰੀਵੇਸ਼ਨਸ ਲਿਖੀਆਂ ਹੋਈਆਂ, ਫੁੱਲ ਫਾਰਮ ਵੀ ਲਿਖੀ ਹੋਈ ਹੈ। ਠੀਕ ਹੈ, ਜਿਵੇਂ ਇਹ ਪਹਿਲਾ ਹੈਗਾ ਆ ਇਹਨਾਂ ਦੋਨਾਂ ਦੇ ਅੱਗੇ PHE ਤਾਂ ਮਤਲਬ ਉਹਦਾ ਅਮਾਈਨੋ ਐਸਿਡ ਦੀ ਐਬਰੀਵੇਸ਼ਨਸ ਲਿਖੀਆਂ ਆ ਤਾਂ ਉਹ ਅਮਾਈਨੋ ਐਸਿਡ ਦੀ ਫੁੱਲ ਫਾਰਮ ਕੀ ਉਹਦਾ ਨਾਮ ਕੀ ਹੈਗਾ ਆ ਉਹ ਤੁਸੀਂ ਨੋਟ ਕਰ ਸਕਦੇ ਹੋ। PHE ਫਿਨਾਈਲ ਐਲਲੀਨ, LEU ल्यूसाइन, SCR सिराइन, TYR टायरोसिन, CYS सिस्टीन, TRP ट्रिप्टोफैन, PRO प्रोलाइन, HIS हिस्टिडाइन, GLN ग्लूटेमाइन। स्टूडेंट्स ये ध्यान दियो क्योंकि ਤੁਹਾਡੀਆਂ ਬੁక్స్ ਦੇ ਵਿੱਚ ਸੈਕੰਡ ਲਾਈਨ ਦੇ ਵਿੱਚ ਜਿਹੜਾ ਥਰਡ ਕਾਲਮ ਹੈ ਉਹਦੇ ਵਿੱਚ ਜਿਹੜੇ ਇਹ ਲਾਸਟ ਟੂ ਕੋਡੋਨਸ ਹੈਗੇ ਆ ਉਹਨਾਂ ਦੇ ਸਾਹਮਣੇ GIN ਲਿਖਿਆ ਹੋਇਆ ਹੈ, ਇਹ ਗਲਤ ਹੈ। GIN ਨਹੀਂ ਹੈ, GLN ਇੱਥੇ ਕਰੈਕਟ ਕਰ ਲਓ। ਐਂਡ GLN ਕਿਹੜਾ ਹੈਗਾ ਅਮਾਈਨੋ ਐਸਿਡ ਗਲੂਟੇਮਾइन, ARG arginine, ILE isoleucine, MET methionine, TYR threonine, ASN asparagine, LYS lysine, VAL valine, ALE alanine, ASP aspartic acid, GLU glutamic acid and GLY glycine। ਇਹ ਤੁਸੀਂ ਨੋਟ ਡਾਊਨ ਕਰ ਸਕਦੇ ਹੋ ਕਿ ਇਹ 20 ਅਮਾਈਨੋ ਐਸਿਡਸ ਹੈਗੇ ਆ ਜਿਹੜੇ ਅਸੈਂਸ਼ੀਅਲ ਹੈਗੇ ਆ ਸਾਡੀ ਬਾਡੀ ਦੇ ਲਈ, ਜਿਹੜੇ ਅੱਗੇ
ਕੋਡ ਕਰ ਜਿਹੜੀ ਅੱਗੇ ਪ੍ਰੋਟੀਨ ਸਿੰਥੇਸਿਸ ਦੀ ਫਾਰਮੇਸ਼ਨ ਕਰਦੇ ਹੈਗੇ ਆ, ਜ਼ਰੂਰੀ ਹੈ। ਸੋ ਸਟੂਡੈਂਟਸ ਹੁਣ ਅਸੀਂ ਡਿਸਕਸ ਕਰਦੇ ਹਾਂ ਸੇਲੀਐਂਟ ਫੀਚਰਸ ਆਫ ਜੈਨੇਟਿਕ ਕੋਡ। ਜੈਨੇਟਿਕ ਕੋਡ ਦੇ ਸੇਲੀਐਂਟ ਫੀਚਰਸ ਕੀ ਹੈਗੇ ਆ? Salient features of genetic code. Students, first genetic code ਦਾ feature ਕੀ ਹੈਗਾ ਆ? ਕੋਡੋਨਸ ਜਿਹੜੇ ਹੈਗੇ ਆ, ਕੋਡੋਨ is triplet. 61 codons code for amino acids and 3 codons ਜਿਹੜੇ ਆ they do not code for any amino acid and they function as stop codons। ਉਹ ਕਿਹੜੇ ਹੈਗੇ ਆ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ, UGA, UAA and UAG ਇਹ stop codons ਹੈਗੇ ਆ which do not code for any amino acids। second ਕੀ ਹੈਗਾ ਆ? point, ठीक है। first point ਕੀ ਹੋ ਗਿਆ? codon is triplet, 61 codons code for amino acids and 3 do not code for any amino acid। second point ਕੀ ਹੋ ਗਿਆ? second feature, they are unambiguous। unambiguous ਦਾ ਮਤਲਬ ਕੀ ਹੁੰਦਾ? ਇਹਦੇ ਵਿੱਚ ਕੋਈ ਡਾਊਟ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ। ਇੱਕ ਕੋਡਨ ਜਿਹੜਾ ਹੈ ਉਹ ਸਿਰਫ ਇੱਕ ਹੀ ਅਮਾਈਨੋ ਐਸਿਡ ਲਈ ਕੋਡ ਕਰੇਗਾ। ਇੱਕ ਜਿਹੜਾ ਕੋਡਨ ਹੈ ਉਹ ਸਿਰਫ ਇੱਕ ਹੀ ਅਮਾਈਨੋ ਐਸਿਡ ਲਈ ਕੋਡ ਕਰੇਗਾ। ਜਿਵੇਂ UUU ਇਟ ਕੋਡਸ ਫॉर ਫਿਨਾਈਲ ਐਨਾਲੀਨ, UU ਕੋਡਨ ਜਿਹੜਾ ਹੈ ਕੋਡ ਫॉर ਫਿਨਾਈਲ ਐਨਾਲੀਨ, ਇਹ ਕਿਸੇ ਹੋਰ ਅਮਾਈਨੋ ਐਸਿਡ ਲਈ ਕੋਡ ਨਹੀਂ ਕਰੇਗਾ, सिर्फ फिनाइल एलानीन ही कोड करेगा। ये दा मतलब है अनएम्बिगुअस दा। थर्ड फीचर की हो गया? दे आर डीजनरेट। थर्ड फीचर की है? दे आर डीजनरेट। डीजनरेट का मतलब की हुंदा हैगा या कि एक अमाइनो एसिड नु एक तो ज्यादा जेडे कोडॉन्स हैगे आ वो भी कोड कर सकते हैगे। दा मतलब सिंगल अमाइनो एसिड कैन बी कोडेड बाय मोर देन वन कोडॉन। जिवें तुहाडे चेकर बोर्ड तो ही तुहानू क्लियर हो जाएगा कि जेड़ा उहदे विच स्टार्टिंग च UUU एंड UUC ये जेड़े दोनों कोडॉन्स हैगे आ ये भी फिनाइल एनालीन लई कोड कर रहा है और ये भी फिनाइल एनालीन लई कोड कर रहा हैगा। ठीक है। एक अमाइनो एसिड मीन्स एक अमाइनो एसिड कैन बी कोडेड बाय मोर देन वन कोडॉन। ਇਹਦਾ ਇਹ मतलब हैगा डीजनरेट ਦਾ मतलब। ਤੇ फोर्थ फीचर की हो गया कि these codons are read without any punctuation marks, that is they are read in a contiguous manner। कोई punctuation marks नहीं हैगे हैं। फोर्थ फीचर की हैगा या they can be read in a contiguous manner, contiguous fashion। They can be read without any punctuation marks। जिवें मैं इत्थे लिख रही हैगी आ मैसेंजर RNA ਦਾ सीक्वेंस, ट्रिपलेट ਦੀ ਫਾਰਮ ਦੇ ਵਿੱਚ ਹੈਗੇ ਆ। ਠੀਕ ਹੈ। ਅਸੀਂ ਇਹਨਾਂ ਨੂੰ ਕਿਵੇਂ ਰੀਡ ਕਰਨਾ ਹੈ? AUG, GUA, AAU, UAG ਇਹਨਾਂ ਦੇ विच कोई पंक्चुएशन मार्क्स, कोई फुल स्टॉप कॉमा कुछ नहीं हैगा या। ठीक है। दे आर रेड इन अ कॉन्टिग्यूअस मैनर। एंड फिफ्थ फीचर की हैगा या दे आर नियरली यूनिवर्सल। दे आर नियरली यूनिवर्सल। यूनिवर्सल का मतलब की हैगा या कि चाहे ऑर्गेनिज्म कितना भी प्रिमिटिव होवे या कितना भी हाईली डेवलप्ड ऑर्गेनिज्म होवे, दोनों के अंदर एक ही कोडॉन जिहड़ा हैगा वो सेम अमाइनो एसिड नु कोड करेगा। जिवें UUU जिहड़ा हैगा या इट कोड्स फॉर फिनाइल एनालीन, चाहे वो बैक्टीरिया होवे चाहे उस हाईली डेवलप्ड ऑर्गेनिज्म ह्यूमंस होन, सब दे विच UUU जिहड़ा कोडॉन है इट कोड्स फॉर फिनाइल एनालीन। ये मतलब हैगा यूनिवर्सल दा। ते नियरली दा मतलब की हैगा या कि एक्सैप्शनस ਜਿਹੜੀਆਂ ਹੈਗੀਆਂ ਆ ਉਹ ऑब्जर्व ਕੀਤੀਆਂ ਜਾਂਦੀਆਂ इन माइटोकॉन्ड्रियल कोडॉन एंड इन
some protozoans। ਤੇ 6th ਫੀਚਰ ਕੀ ਹੋ ਗਿਆ, AUG ਜਿਹੜਾ ਕੋਡਨ ਹੈਗਾ ਆ ਇਹਦਾ ਡਾਊਲ ਫੰਕਸ਼ਨ ਹੈ। ਡਾਊਲ ਫੰਕਸ਼ਨ ਦੋਹਰਾ ਇਹਦਾ ਕੰਮ ਹੈਗਾ ਆ, ਕੀ ਹੈਗਾ ਆ, ਇੱਕ ਤਾਂ it act as start codon, ਇਨੀਸ਼ੀਏਟਰ ਕੋਡਨ ਵੀ ਕਹਿੰਦੇ ਆ ਸਟਾਰਟ ਕੋਡਨ ਨੂੰ। ਤੇ ਸੈਕਿੰਡ ਇਹਦਾ ਕੰਮ ਕੀ ਹੈਗਾ ਆ, ਇਟ ਕੋਡਸ ਫॉर ਮਿਥਿਓਨਿਨ। ठीक है स्टूडेंट्स, AUG ਜਿਹੜਾ ਕੋਡਨ ਹੈ ਇਹਦੇ ਡਬਲ ਫੰਕਸ਼ਨਸ ਹੈਗੇ ਆ। ਇਟ ਐਕਟ ਐਜ਼ ਸਟਾਰਟ ਕੋਡਨ, ਇਨੀਸ਼ੀਏਟਰ ਕੋਡਨ, ਜਿੱਥੇ ਪ੍ਰੈਜ਼ੈਂਟ ਹੋਏਗਾ ਮੈਸੇਂਜਰ ਆਰਐਨਏ ਤੇ ਉੱਥੇ ਟ੍ਰਾਂਸਲੇਸ਼ਨ ਪ੍ਰੋਸੈਸ ਉੱਥੋਂ ਸਟਾਰਟ ਹੋਏਗੀ। ਤੇ ਇਟ ਆਲਸੋ ਕੋਡਸ ਫॉर ਮਿਥਿਓਨਾਈਨ। ਇਹ 6 ਸੇਲੀਐਂਟ ਫੀਚਰਸ ਹੈਗੇ ਆ ਜੈਨੇਟਿਕ ਕੋਡ ਨੇ। ਹੁਣ ਸਟੂਡੈਂਟਸ ਜਿਹੜੇ these codons are used for the synthesis of protein, ਟ੍ਰਾਂਸਲੇਸ਼ਨ ਪ੍ਰੋਸੈਸ ਦੇ ਵਿੱਚ ਇਹ ਕੋਡਨਸ ਯੂਜ਼ ਹੁੰਦੇ ਆ। ਹੁਣ ਸਟੂਡੈਂਟਸ ਜੇ ਤੁਹਾਨੂੰ ਜਿਸ ਤਰ੍ਹਾਂ ਇਹ ਸੀਕੁਐਂਸ ਮੈਂ ਇੱਥੇ ਲਿਖਿਆ ਆ, ਜੇ ਆਹ ਸੀਕੁਐਂਸ ਲਿਖਿਆ ਹੋਵੇ ਤਾਂ ਇਸ ਸੀਕੁਐਂਸ ਤੋਂ ਤੁਹਾਨੂੰ ਕੀ ਪਤਾ ਲੱਗਦਾ ਹੈ ਕਿ ਦਿਸ ਸੀਕੁਐਂਸ ਇਜ਼ ਆਫ ਮੈਸੇਂਜਰ ਆਰਐਨਏ ਦਾ ਇਹ ਸੀਕੁਐਂਸ ਹੈ। क्यों मैसेंजर आरएनए ਦਾ सीक्वेंस है, क्योंकि यूरासिल प्रेजेंट हैगा या, और यूरासिल ਜਿਹੜਾ ਹੈਗਾ ਆ नाइट्रोजन बेस ਉਹ ਕਿਹਦੇ ਵਿੱਚ प्रेजेंट ਹੁੰਦਾ, इट इज प्रेजेंट इन आरएनए। ठीक है स्टूडेंट्स, जिथे ਤਾਂ स्टार्ट कोडन होएगा ਉੱਥੋਂ ट्रांसलेशन प्रोसेस शुरू होएगी। और ਅਸੀਂ ਕਿਹੜੇ ਕਹੇ ਸੀਗੇ ਕਿ स्टॉप कोडन्स ਕਿਹੜੇ ਹੈਗੇ ਆ, ਅਸੀਂ ਤਿੰਨ ਕਹੇ ਸੀਗੇ ਕਿ ਸਟਾਪ ਕੋਡਨਸ ਅਸੀਂ ਪਹਿਲਾਂ ਪੜਿਆ ਵੀ ਹੈਗਾ ਆ ਕਿ 3 ਜਿਹੜੇ ਕੋਡਨਸ ਹੈਗੇ ਆ ਦੇ ਐਕਟ ਐਜ਼ ਸਟਾਪ ਕੋਡਨਸ। ਠੀਕ ਹੈ UAG, UAG ਕੀ ਹੈ, ਇਟ ਇਜ਼ ਸਟਾਪ ਕੋਡਨ। और AU ਕੀ ਹੈ, ਸਟਾਰਟ ਕੋਡਨ। ਜਿੱਥੇ ਸਟਾਰਟ ਕੋਡਨ ਹੋਏਗਾ ਉੱਥੋਂ ਟ੍ਰਾਂਸਲੇਸ਼ਨ ਪ੍ਰੋਸੈਸ ਸ਼ੁਰੂ ਹੋਈ, ਜਿੱਥੇ ਮੈਸੇਂਜਰ ਆਰਐਨਏ ਦੇ ਵਿੱਚ ਸਟਾਪ ਕੋਡਨ ਆ ਜਾਏਗਾ ਉੱਥੇ ਟ੍ਰਾਂਸਲੇਸ਼ਨ ਪ੍ਰੋਸੈਸ ਜਿਹੜੀ ਹੈ ਉਹ ਸਟਾਪ ਹੋ ਜਾਏਗੀ। ਠੀਕ ਹੈ ਸਟੂਡੈਂਟਸ, ਇਹ ਤੁਹਾਨੂੰ ਸਮਝ ਆ ਗਈ। ਹੁਣ ਇਸੇ ਤਰ੍ਹਾਂ ਹੀ ਤੁਹਾਡੀਆਂ ਬੁੱਕਸ ਦੇ ਵਿੱਚ ਇੱਕ ਦੋ ਕੁਐਸਚਨਸ ਹੈਗੇ ਹੈ। ਕਿ ਜਿਵੇਂ ਇੱਕ सीक्वेंस न्यूक्लियोटाइड्स ਦਾ मैसेंजर आरएनए लिखिया होया है, प्रिडिक्ट द सीक्वेंस ऑफ अमाइनो एसिड्स कोडेड बाय इट। ਤੁਹਾਡੀ ਬੁక్స్ ਦੇ ਵਿੱਚ मैसेंजर आरएनए ਦਾ ਇੱਕ ਸੀਕੁਐਂਸ ਲਿਖਿਆ ਹੋਇਆ ਹੈ AUG UUU UUC UUC UUU UUC ट्रिपलेट की फॉर्म ਦੇ ਵਿੱਚ ਇੱਕ ਕੋਡ ਲਿਖਿਆ ਹੋਇਆ ਆ, ਇਹ ਸੀਕੁਐਂਸ ਲਿਖਿਆ ਹੋਇਆ ਆਫ ਦਾ ਮੈਸੇਂਜਰ ਆਰਐਨਏ। ਔਰ ਉਹਨਾਂ ਨੇ ਕੁਐਸਚਨ ਦੇ ਵਿੱਚ ਪੁੱਛਿਆ ਹੋਇਆ ਹੈਗਾ ਆ ਕਿ ਚੈਕਰ ਬੋਰਡ ਦੀ ਹੈਲਪ ਲੈ ਕੇ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਹੈਗਾ ਆ ਅਮਾਈਨੋ ਐਸਿਡਸ ਕਿਹੜੇ ਅਮਾਈਨੋ ਐਸਿਡਸ ਲਈ ਇਹ ਕੋਡ ਕਰਦਾ ਹੈਗਾ ਆ ਉਹਨਾਂ ਅਮਾਈਨੋ। ਹੁਣ AUG ਕੀ ਹੈਗਾ ਆ, ਇਟ ਇਜ਼ ਸਟਾਰਟ ਕੋਡਨ। ਠੀਕ ਹੈ, ਔਰ UUU ਔਰ UUC ਇਹ ਅਸੀਂ ਆਪਣੀ ਚੈਕਰ ਬੋਰਡ ਦੇ ਵਿੱਚ ਤੁਸੀਂ ਦੇਖੋਗੇ ਤਾਂ ਇਹ ਦੋ ਜਿਹੜੇ ਸਟਾਰਟਿੰਗ ਦੇ ਵਿੱਚ ਹੀ ਹੈਗੇ ਕੋਡਸ ਫॉर ਫਿਨਾਈਲ ਐਲਾਨੀਨ। UUU ਵੀ ਫਿਨਾਈਲ ਐਲਾਨੀਨ ਲਈ ਕੋਡ ਕਰਦਾ, ਫਿਨਾਈਲ ਐਲਾਨੀਨ ਦੇ ਲਈ ਜਿਹੜੀ ਐਬਰੀਵੇਸ਼ਨ ਹੈ PHE। UUC ਵੀ ਫਿਨਾਈਲ ਐਲਾਨੀਨ ਲਈ, ਇਹ ਵੀ ਫਿਨਾਈਲ ਐਲਾਨੀਨ यानी कि फिनाइल एलानिन अमाइनो एसिड दी एक पॉलीमर चेन बन गई। ठीक है, और इसी तरह ही तुहाडे स्टूडेंट्स बुक दे विच एक होर इसी तरह ही क्वेश्चन हैगा या कि एक तुहानू अमाइनो एसिड्स दा सीक्वेंस दिता होया हैगा या कोडेड बाय अ मैसेंजर आरएनए, ਤਾਂ ਤੁਸੀਂ ਨਿਊਕਲੀਓਟਾइड सीक्वेंस इन द आरएनए ਜਿਹੜਾ ਹੈਗਾ ਉਹ प्रिडिक्ट करना है। ठीक है, ਤੁਹਾਡੀ बुक्स ਦੇ ਵਿੱਚ ਇਹ ਵਾਲਾ सीक्वेंस लिखिया होया है MET PHE PHE PHE। ਹੁਣ स्टूडेंट्स MET ਹੁਣੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ MET ਕੀ ਮਿਥਿਓਨਾਈਨ ਇਹ ਕਿਹਦੇ ਲਈ ਹੈਗਾ ਆ, ਇਟ ਕੋਡਸ ਫॉर ਇਹ ਸਟਾਰਟ ਕੋਡਨ ਹੈਗਾ ਆ। ਠੀਕ ਹੈ, ਤਾਂ MET ਦਾ ਜਿਹੜਾ ਸਟਾਰਟ ਕੋਡਨ ਹੈਗਾ ਆ ਉਹਦਾ ਕੀ ਹੈਗਾ ਆ AUG। PHE ਕੀ ਹੈ, PHE
ਯੂ 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 ਜਾਂ ਯੂ ਯੂ ਸੀ, ਤੁਸੀਂ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਲਿਖ ਸਕਦੇ ਹੋ। ਠੀਕ ਹੈ, ਜਦੋਂ ਤੁਸੀਂ ਇਹ ਲਿਖਣੇ ਹੈਗੇ ਆ ਤਾਂ ਫਿਰ ਵੀ ਤੁਸੀਂ ਕੋਈ ਪੰਕਚੁਏਸ਼ਨ ਮਾਰਕ ਜਿਹੜਾ ਹੈਗਾ ਆ ਉਹ ਯੂਜ਼ ਨਹੀਂ ਕਰਨਾ। ठीक है, ਹੁਣ स्टूडेंट्स ਇਹ ਤਾਂ ਤੁਹਾਡਾ जेनेटिक कोड ਦਾ ਹੋ ਗਿਆ। इसी तरह एक छोटा ਜਿਹਾ ਤੁਹਾਡਾ टॉपिक हैगा म्यूटेशंस एंड जेनेटिक कोड। म्यूटेशंस एंड जेनेटिक कोड। स्टूडेंट्स ਅਸੀਂ 5th ਚੈਪਟਰ ਦੇ ਵਿੱਚ ਮਿਊਟੇਸ਼ਨ ਜਿਹੜਾ ਟੌਪਿਕ ਹੈਗਾ ਉਹ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹੈਗੇ ਆ। ਫਿਰ ਵੀ ਇਹ ਤੁਹਾਡੀ ਇਸ ਚੈਪਟਰ ਦੇ ਵਿੱਚ ਵੀ ਥੋੜਾ ਜਿਹਾ ਟੌਪਿਕ ਜਿਹੜਾ ਹੈ ਉਹ ਡਿਸਕਸ ਕੀਤਾ ਗਿਆ ਆ। ਸੋ ਮੈਂ ਟੌਪਿਕ ਲੈ ਰਹੀ ਹੈਗੀ ਆ ਪੁਆਇੰਟ ਮਿਊਟੇਸ਼ਨ। ਪੁਆਇੰਟ ਮਿਊਟੇਸ਼ਨ ਦਾ ਮਤਲਬ ਕੀ ਹੈ? ਚੇਂਜ ਇਨ ਸਿੰਗਲ ਬੇਸ ਪੇਅਰ ਇਨ ਦਾ ਜੀਨ। एक सिंगल बेस पेयर ਦੇ ਵਿੱਚ ਚੇਂਜ ਹੋਵੇ, that is known as point mutation। ਜਿਵੇਂ ਉਹਦੀ ਐਗਜ਼ਾਮਪਲ ਅਸੀਂ ਡਿਸਕਸ ਕੀਤੀ ਹੈ ਸਿਕਲ ਸੈਲ ਅਨੀਮੀਆ। ਸਿਕਲ ਸੈਲ ਅਨੀਮੀਆ ਵੈਸੇ ਨਾਰਮਲ ਜਿਹੜਾ ਰੈਡ ਬਲੱਡ ਸੈਲਸ ਹੈਗਾ, ਇਟ ਇਜ਼ ਦ ਡਿਸਆਰਡਰ ਰਿਲੇਟਡ ਟੂ ਦ ਰੈਡ ਬਲੱਡ ਸੈਲਸ। ਇਹਦੇ ਵਿੱਚ ਕੀ ਹੁੰਦਾ? ਨਾਰਮਲ ਰੈਡ ਬਲੱਡ ਸੈਲਸ ਦੀ ਜਿਹੜੀ ਸ਼ੇਪ ਹੁੰਦੀ ਆ ਰਾਉਂਡ ਹੁੰਦੀ ਆ, ਪਰ ਜਦੋਂ ਸਿਕਲ ਸੈਲ ਅਨੀਮੀਆ ਡਿਜ਼ੀਜ਼ ਹੋ ਗਈ ਤਾਂ ਜਿਹੜੇ ਰੈਡ ਬਲੱਡ ਸੈਲਸ ਹੁੰਦੇ ਉਹ ਸਿਕਲ ਸ਼ੇਪਡ ਦਾਤੀ ਦੇ ਆਕਾਰ ਦੇ ਹੋ ਜਾਂਦੇ ਆ। ਦੈਟ ਇਜ਼ ਵਾਈ ਦਿਸ ਇਜ਼ ਨੋਨ ਐਸ ਸਿਕਲ ਸੈਲ ਅਨੀਮੀਆ। ਔਰ ਇਹਦੇ ਵਿੱਚ ਕੀ ਹੁੰਦਾ? ਜਿਹੜੀ ਬੀਟਾ ਗਲੋਬਿਨ ਚੇਨ ਹੈਗੀ ਆ ਉਹਦੇ 6th ਪੋਜੀਸ਼ਨ ਤੇ ਅਮਾਈਨੋ ਐਸਿਡ ਚੇਂਜ ਹੋ ਜਾਂਦਾ ਹੈ। ਬੀਟਾ ਗਲੋਬਿਨ ਚੇਨ ਹੈ ਉਹਦੇ 6th ਪੋਜੀਸ਼ਨ ਤੇ ਗਲੂਟੈਮਿਕ ਐਸਿਡ ਹੁੰਦਾ ਆ। that is replaced by valine। valine ਜਿਹੜਾ ਹੈਗਾ ਆ ਉਹ ਜਾ ਕੇ 6th ਪੋਜੀਸ਼ਨ ਤੇ ਜਾ ਕੇ ਅਟੈਚ ਹੋ ਜਾਂਦਾ ਹੈਗਾ ਆ, ਜਿਹਦੇ ਕਰਕੇ ਸਿਕਲ ਸੈਲ ਅਨੀਮੀਆ ਡਿਸਆਰਡਰ ਹੁੰਦਾ ਹੈਗਾ ਆ ਔਰ ਇਟ ਇਜ਼ ਨੋਨ ਐਸ ਕੁਆਲਿਟੇਟਿਵ ਡਿਸਆਰਡਰ। ਹੁਣ ਸਟੂਡੈਂਟਸ ਬੁੱਕਸ ਦੇ ਵਿੱਚ ਤੁਹਾਡੀ ਐਗਜ਼ਾਮਪਲ ਹੈਗੀ ਆ। ਹੁਣ ਇਫੈਕਟ ਆਫ ਪੁਆਇੰਟ ਮਿਊਟੇਸ਼ਨਸ ਦੈਟ ਇਨਸਰਟ ਔਰ ਡਿਲੀਟਸ ਅ ਬੇਸ ਇਨ ਸਟਰਕਚਰਲ ਜੀਨ। ਹੁਣ ਇਸੇ ਤਰ੍ਹਾਂ ਹੀ ਤੁਹਾਡੀ ਪੁਆਇੰਟ ਮਿਊਟੇਸ਼ਨ ਹੈਗਾ ਕਿ ਜੇ ਇੱਕ ਸਿੰਗਲ ਬੇਸ ਪੇਅਰ ਦੇ ਵਿੱਚ ਇਨਸਰਟ ਹੋ ਜਾਵੇ ਜਾਂ ਡਿਲੀਟ ਹੋ ਜਾਵੇ, ਠੀਕ ਹੈ, ਤਾਂ ਉਹਦੇ ਨਾਲ ਪੂਰਾ ਜਿਹੜਾ ਫਰੇਮ ਸ਼ਿਫਟ ਹੋ ਜਾਂਦਾ ਹੈਗਾ ਆ। ਜਿਵੇਂ ਤੁਹਾਡੀ ਬੁੱਕਸ ਦੇ ਵਿੱਚ ਸਿੰਪਲ ਇੱਕ ਸਟੇਟਮੈਂਟ ਦਿੱਤੀ ਹੋਈ ਹੈਗੀ ਹੈ, ਉਹਦੇ ਨਾਲ ਥੋੜਾ ਜਿਹਾ ਸਮਝਣਾ ਤੁਹਾਡੇ ਲਈ ਆਸਾਨ ਹੋ ਜਾਏਗਾ ਕਿ ਜਿਵੇਂ ਇੱਕ ਸਟੇਟਮੈਂਟ ਦਿੱਤੀ ਹੋਈ ਹੈ 3 ਲੈਟਰਸ ਦੀ ਬਣੀ ਹੋਈ ਹੈਗੀ ਆ। ਜਿਵੇਂ ਸੋ ਸਟੂਡੈਂਟਸ ਇੱਕ ਸਟੇਟਮੈਂਟ ਹੈਗੀ ਆ ਮੇਡ ਅਪ ਆਫ ਵਰਡਸ ਈਚ ਹੈਵਿੰਗ 3 ਲੈਟਰਸ ਲਾਈਕ ਜੈਨੇਟਿਕ ਕੋਡ ਰਾਮ ਹੈਜ਼ ਰੈਡ ਕੈਟ। ਇਹ ਸਟੇਟਮੈਂਟ ਹੈਗੀ ਹੈ। ਹੁਣ ਸਟੂਡੈਂਟਸ ਜੇ ਅਸੀਂ ਇੱਥੇ ਇੱਕ ਲੈਟਰ ਐਡ ਕਰਦੇ ਹੈਗੇ ਆ, ठीक है, केड़ी लेटर बी इंसर्ट करते हैं तो की स्टेटमेंट बन जाएगी राम हैज इथे बी इंसर्ट किया तो की हो गया बी आर ई ए इधर नु शिफ्ट हो गया डी सी ए एंड पी। ठीक है, उस तो बाद इथे एक होर असी जिहड़ी हैगी आ इंसर्ट करांगे एक लेटर राम हैज इथे ही कसी लेटर इंसर्ट की आई तो की बन गया ये स्टेटमेंट बन गई। इथे ही होर लेटर इंसर्ट कर दी जी तो की स्टेटमेंट बन जाएगी राम हैज बी आई जी बिग आर ई डी रेड सी ए पी। ये तो हो गई इंसर्शन दी एग्जाम्पल हो गई। इसी तरह ही डिलीशन दी एग्जाम्पल असी ले लेंदे हैगे आ कि स्टेटमेंट साडे कोल यही है राम हैज रेड कैट। ये स्टेटमेंट हैगी आ साडे कोल। तो इथों असी जदों एक
ਬੇਸ ਪੇਅਰ ਜਿਹੜਾ ਹੈਗਾ ਆ ਉਹਨੂੰ ਡਿਲੀਟ ਕਰਦੇ ਆ, ਆਰ ਡਿਲੀਟ ਕਰ ਦਿੱਤਾ ਤਾਂ ਕੀ ਸਟੇਟਮੈਂਟ ਬਣ ਗਈ, ਰਾਮ ਹੈਜ਼ EDCAP, ਆਰ ਜਿਹੜਾ ਹੈ ਉਹ ਡਿਲੀਟ ਕਰ ਦਿੱਤਾ। ਉਸ ਤੋਂ ਬਾਅਦ ਅੱਗੇ ਅਸੀਂ E ਡਿਲੀਟ ਕਰ ਦਿੱਤਾ ਤਾਂ ਉਹਦੇ ਨਾਲ ਕੀ ਸਟੇਟਮੈਂਟ ਬਣ ਜਾਏਗੀ, ਰਾਮ ਹੈਜ਼ A। फिर उस तो बाद D डिलीट कर देता ताकि स्टेटमेंट बन गई राम हैज कैट। ठीक है, ये डिलीशन की एग्जांपल हो गई। इंसर्शन और डिलीशन ऑफ वन और टू बेसिस चेंजेस द रीडिंग फ्रेम फ्रॉम द पॉइंट ऑफ इंसर्शन और डिलीशंस। सच म्यूटेशंस आर नोन एज फ्रेम शिफ्ट म्यूटेशन। किसी एक पॉइंट ते असी कोई बेस पेयर इंसर्ट करके या डिलीट कर दिता तो जिस पॉइंट ते इंसर्ट या डिलीट किया उस तो अगे जिहड़ा हैगा आ पूरा रीडिंग फ्रेमवर्क जिहड़ा हैगा आ वो जिहड़ा चेंज हो जाएगा। दिस इज एग्जांपल ऑफ फ्रेम शिफ्ट इंसर्शन और फ्रेम शिफ्ट डिलीशन। दिस फॉर्म्स द जेनेटिक बेसिस ऑफ प्रूफ दैट कोडॉन इज अ ट्रिपलेट एंड इट इज रेड इन अ कॉन्टिगुअस मैनर विदाउट एनी पंक्चुएशन मार्क। सो ये जिहड़ा हैगा आ जेनेटिक दिस फॉर्म्स द जेनेटिक बेसिस फॉर द प्रूफ जिहड़े कोडॉन्स हैगे वो ट्रिपलेट दी फॉर्म दे विच हुंदे आ एंड दे आर रेड इन अ कॉन्टिगुअस मैनर विदाउट एनी पंक्चुएशन मार्क्स। सो स्टूडेंट्स ये अज दा सारा टॉपिक सीगा अबाउट द जेनेटिक कोड। ये तुहानू क्लीयर हो गया। इस तो बाद फिर असी अगे ट्रांसलेशन जिहड़ा टॉपिक हैगा आ वो अपना नैक्सट वीडियो दे विच लवांगे। थैंक यू सो मच फॉर वॉचिंग।